ਬੜੀ ਪਿਆਰੀ ਬਾਤ ਹੈ ਯਾਰ। ਉਹਦੇ ਨਾਲ ਕੁਝ ਮੈਂ ਵੀ ਥੋੜਾ ਜਿਹਾ ਆਪਣੇ ਜ਼ਿਹਨ ਨਾਲ ਨਾ ਥੋੜੀ ਜਿਹੀ ਲੰਬੀ ਸੋਚ ਦੌੜਾਈ, ਜ਼ਰਾ ਸੁਣਿਆ ਜੇ 2-4 ਮਿੰਟ ਟਾਈਮ ਦੇ ਕੇ ਜਾਇਆ ਜੇ। ਇੱਕ ਬੰਦਾ ਰੇੜੀ ਲਾਉਂਦਾ ਹੈ ਸੱਤੂ ਦੀ ਸ਼ਿਕੰਜਵੀ ਦੀ ਨਾ, ਆਪਣਾ ਠੇਲਾ ਲਗਾਉਂਦਾ ਹੈ, ਤੇ ਮੌਸਮ ਖਰਾਬ ਹੋਇਆ ਤਾਂ ਬੜਾ ਪਰੇਸ਼ਾਨ ਮਿਲਿਆ। ਇੱਕ ਜਗ੍ਹਾ ਤੇ ਅਚਾਨਕ ਮੁਲਾਕਾਤ ਹੋ ਗਈ ਤੇ ਵਿਚਾਰਾ ਕਹਿਣ ਲੱਗਾ ਜੀ ਕੀ ਕਰੀਏ, ਬਸ ਅੱਲਾ ਪਾਕ ਨੇ ਨਾ ਬਸ ਮੌਸਮ ਇੰਜ ਕਰ ਦਿੱਤਾ ਹੈ। ਤੇ ਜੋ ਇੱਕ ਬੰਦਾ ਸ਼ਿਕਵਾ ਹੀ ਕਰਦਾ ਹੈ ਨਾ, ਲੱਸੇ ਵੀ ਜਾਏ ਤੇ ਬਸ ਬੜਾ ਹਾਲਾਤ ਬੜੇ ਖਰਾਬ ਨੇ। ਤੇ ਮੈਂ ਤਾਂ ਅੱਲਾ ਕਰਕੇ ਗਰਮੀ ਪਈ ਰਵੇ। ਮੈਂ ਹੱਸ ਪਿਆ। ਮੈਂ ਤਾਂ ਫਿਰ ਅੱਲਾ ਨੇ ਮੇਰੇ ਦਿਨ 'ਚ ਗੱਲ ਲਿਆਂਦੀ। ਮੈਂ ਕਿਹਾ ਤੂੰ ਕਹਿੰਦਾ ਗਰਮੀ ਪਈ ਰਵੇ, ਮੱਕੀਆਂ ਵਾਲੇ ਜ਼ਿਮੀਦਾਰ ਜਿਹੜੇ ਮੱਕੀ ਬੀਜੀ ਬੈਠੇ ਨੇ ਉਹ ਕਹਿੰਦੇ ਪਏ ਨੇ ਬਾਰਿਸ਼ ਨਾ ਪਵੇ, ਸਾਡੀ ਮੱਕੀ ਤਬਾਹ ਹੁੰਦੀ ਪਈ। ਜਿਨ੍ਹਾਂ ਧਾਈ ਲਾਏ ਨੇ ਉਹ ਕਹਿੰਦੇ ਨੇ ਅੱਲਾ ਕਰਕੇ ਬਾਰਿਸ਼ ਹੋਵੇ, ਸਾਨੂੰ ਪਾਣੀ ਸਾਡਾ ਬਚੇ। ਜਿਹੜੇ ਜਿਨ੍ਹਾਂ ਡੈਕ ਬਣਾਏ ਨੇ ਗੱਡੀਆਂ ਧੋਣ ਵਾਲੇ ਨਾ, ਉਹ ਕਹਿੰਦੇ ਨੇ ਅੱਲਾ ਕਰਕੇ ਬਾਰਿਸ਼ ਤੇ ਕਿਚੜਾ ਹੀ ਪਿਆ ਰਵੇ, ਲੋਕਾਂ ਦੀਆਂ ਗੱਡੀਆਂ ਸਕੂਟਰਾਂ ਖਰਾਬ ਹੁੰਦੀਆਂ ਰਹਿਣ ਤੇ ਨਿਜ਼ਾਮ ਚੱਲਦਾ ਰਵੇ। ਤੇ ਡਾਕਟਰਾਂ ਕੋਲ ਪੁੱਛ ਲਓ ਤਾਂ ਉਹ ਕਹਿਣਗੇ ਕਿ ਅੱਲਾ ਕਰਕੇ ਸਾਰੇ ਬਿਮਾਰ ਹੁੰਦੇ ਰਹਿਣ। ਇੱਕ ਇਨਸਾਨੀ ਦਿਮਾਗੀ ਸੋਚ ਦੀ ਗੱਲ ਹੈ। ਇਸੇ ਤਰ੍ਹਾਂ ਜਨਾਬ ਪੈਂਚਰਾਂ ਵਾਲੇ ਕੋਲ ਪੁੱਛ ਲਓ, ਕੋਈ ਅੱਲਾ ਕਰਕੇ ਸਾਰੇ ਦੀਆਂ ਟੂਪਾਂ ਹੀ। ਵਜ਼ੀਰਾਂ ਨੇ ਪਹਿਲਾਂ ਨਬੀਨੇ ਬੰਦੇ ਕੋਲੋਂ ਟੈਸਟ ਲਿਆ ਕਿ ਉਹਨਾਂ ਕੀ ਕੀਤਾ ਵੀ ਜਿੱਥੇ ਨਬੀਨਾ ਆ ਕੇ ਬਹਿੰਦਾ ਸੀ ਨਾ, ਉਹਦੀ ਕੁਰਸੀ ਦੀ ਗੱਦੀ ਦੇ ਥੱਲੇ ਇੱਕ ਕਾਗਜ਼ ਦਾ ਵਰਕਾ ਰੱਖ ਦਿੱਤਾ। ਨਬੀਨਾ ਆਇਆ, ਉਹਨੇ ਆਣ ਕੇ ਕੁਰਸੀ ਦੇ ਉੱਤੇ ਬੈਠਾ ਤੇ ਬਹਿ ਕੇ ਤੇ ਫਟਾਫਟ ਉੱਠ ਗਿਆ। ਜਲਦੀ ਨਾ ਉੱਠ ਗਿਆ, ਉੱਠ ਕੇ ਕਹਿਣ ਲੱਗਾ ਜਾਂ ਤੇ ਅੱਜ ਰੱਤੀ ਭਰ ਜ਼ਮੀਨ ਉੱਚੀ ਹੋ ਗਈ ਹੈ ਜਾਂ ਰੱਤੀ ਭਰ ਸਮਾਨ ਥੱਲੇ ਹੋ ਗਿਆ। ਵਜ਼ੀਰ ਹੱਕੇ ਬੱਕੇ ਰਹਿ ਗਏ। ਉਹਨਾਂ ਕਹੀ ਯਾਰ ਅੱਖਾਂ ਤੋਂ ਨਬੀਨਾ ਬੰਦਾ, ਉਹਨੇ ਗਏ ਇਹਨੇ ਕਿੱਡੀ ਪਹਿਚਾਣ ਕੀਤੀ ਕਿ ਕਾਗਜ਼ ਦੇ ਵਰਕੇ ਦੀ ਗਹਿਰਾਈ ਵੀ ਸਮਝ ਗਿਆ। ਉਹਨਾਂ ਜਨਾਬੇ ਵਾਲੀ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਬੜਾ ਖੁਸ਼ ਹੋਇਆ। ਉਹਨੇ ਆਖਿਆ ਇਹਦੀ ਅੱਧਾ ਟਕਾ ਤਨਖਾਹ ਵਧਾ ਦਿਓ, ਇਹਦੀ 1.5% ਕਰ ਦਿਓ। ਫਿਰ ਉਹਨਾਂ ਜਿਹੜਾ ਅਸਲ ਤੇ ਨਕਲ ਦੀ ਪਹਿਚਾਣ ਕਰਨ ਵਾਲਾ ਸੀ ਉਹਨੂੰ ਉਹਨਾਂ ਕੀ ਕੀਤਾ ਵੀ ਦਾਲ ਖਵਾ ਕੇ ਨਾ, ਉਹਨਾਂ ਇੱਕ ਢੱਗੇ ਨੂੰ ਬੈਲ ਨੂੰ ਹਾਂਜੀ ਦਾਲ ਖਵਾ ਕੇ ਤੇ ਉਹਨੇ ਜਿਹੜਾ ਗੋਇਆ ਕੀਤਾ ਵਿੱਚੋਂ ਦਾਲ ਝੋਕ ਕੇ ਉਹਨਾਂ ਦੁਬਾਰਾ ਪਕਾ ਕੇ ਉਹਨੂੰ ਉਹਦੇ ਅੱਗੇ ਰੋਟੀ ਰੱਖ ਦਿੱਤੀ। ਖਾਣ ਲੱਗਾ, ਉਹਨੇ ਪਹਿਲੀ ਬੁਰਕੀ ਮੂੰਹ 'ਚ ਪਾ ਕੇ ਉਹਨੇ ਕੱਢ ਦਿੱਤੀ। ਉਹਨੇ ਕਿਹਾ ਖਾਧੀ ਦਾ ਕੀ ਖਾਣਾ। ਉਹਨਾਂ ਉਹ ਵੀ ਬਾਦਸ਼ਾਹ ਨੂੰ ਦੱਸਿਆ। ਉਹਨਾਂ ਕਿਹਾ ਜੀ ਇਹ ਵੀ ਪਾਸ ਹੈ। ਉਹਨੇ ਕਿਹਾ ਪਹਿਚਾਣ ਗਿਆ ਦਾਲ। ਸਾਡੇ ਇੱਕ ਇੱਥੇ ਮੁੰਡੇ ਨੂੰ ਹਨਾ ਬਾਹਰ ਜਾਣ ਦਾ ਸ਼ੌਕ ਪੈ ਗਿਆ। ਕਹਿੰਦਾ ਵੀ ਆ ਕੀ ਤੁਸੀਂ ਹਰ ਟਾਈਮ ਡੰਗਰਾਂ 'ਚ ਵੜੇ ਰਹਿੰਦੇ, ਕੋਈ 2 ਡੰਗਰ ਵੇਚ ਕੇ ਤੇ ਇੱਕ ਵਾਰੀ ਮੇਰਾ ਜਹਾਜ਼ ਦੀ ਪੌੜੀ ਨੂੰ ਹੱਥ ਪਾ ਦਿਓ, ਮੈਂ ਵੱਟ ਕੱਢ ਦੇਵਾਂਗਾ। ਉਹਨੂੰ ਸਮਝਾਇਆ ਵੀ ਕੀ ਪਰਦੇਸ ਜਾ ਕੇ ਤੂੰ ਕੀ ਕਰਨਾ, ਇੱਥੇ ਆਪਣਾ ਕੰਮ ਆ ਲੱਗਾ ਰਹਿ। ਆਖੇ ਨਹੀਂ ਇੱਥੇ ਕੁਛ ਨਹੀਂ, ਮੈਂ ਬਾਹਰ ਜਾਣਾ। ਉਹ 2 ਮੱਝਾਂ ਚੰਗੀਆਂ ਭਲੀਆਂ ਦੁੱਧ ਦਿੰਦੀਆਂ ਫੂਕ ਕੇ ਤੇ ਜਹਾਜ਼ ਦੀ ਪੌੜੀ ਨੂੰ ਉਹਦਾ ਹੱਥ ਪਵਾਇਆ। ਉੱਥੇ ਚੱਲ ਗਿਆ। ਉੱਥੇ ਮਾਰ ਸਮੁੰਦਰ ਦੇ ਆਲੇ ਦੁਆਲੇ ਤਸਵੀਰਾਂ ਖਿੱਚ ਕੇ ਤੇ ਘਲਾਵੇ। ਕਦੀ ਉੱਤੇ ਗਾਣੇ ਲਾ ਕੇ ਆਖੇ ਬਾਪੂ ਦੇ ਸਿਰ ਤੇ ਬੜੀ ਐਸ਼ ਕਰ ਲਈ ਆ, ਹੁਣ ਆਪਣੇ ਸਿਰ ਪੈਰਾਂ ਤੇ ਖਲੋ ਕੇ ਦਿਖਾਣਾ। ਉਹ ਮਹੀਨਾ ਕੁ ਲੰਘਿਆ। ਉਹਨੂੰ ਕਿਹਾ ਵੀ ਕੋਈ ਕੁਛ ਘਲਾ ਘਲੂ, ਅੱਗੋਂ ਬਣਾ ਸਵਾਰ ਕਹਿੰਦਾ ਵੀ ਘਲਾਉਣ ਦਿਆ ਤਾਂ ਪਿਆ ਤਸਵੀਰਾਂ। ਉਹਨੂੰ ਕਿਹਾ ਵੀ ਕੋਈ ਮਾਲ ਮੂਲ ਘਲਾ, ਜਿਹੜੀਆਂ 2 ਮੱਝਾਂ ਦੁੱਧ ਦਿੰਦੀਆਂ ਸੀ ਉਹ ਵੇਚ ਕੇ ਤੇ ਤੈਨੂੰ ਘਲਾਤਾ, ਅਤੇ ਕਾਵਾ ਪੀ ਅੰਦਰ ਖੁਸ਼ਕ ਹੋਇਆ, ਕੋਈ ਅੰਦਰ ਹਰਾ ਕਰੀਏ। ਲਿਆ ਗੰਗਾ ਹੀ ਉਲਟੀ ਬਹਿ ਗਈ। ਉਹ ਕੋ ਮੰਗਣੇ ਹੀ ਭਾਰੇ ਪੈ ਗਏ। ਕਹਿੰਦਾ ਵੀ ਆਹ ਮਹੀਨੇ ਦੇ ਕੰਮ ਨਹੀਂ ਚੱਲਿਆ ਤੇ ਕੁਛ ਮੈਨੂੰ ਇੱਥੋਂ ਫੜ ਦੜ ਕੇ ਤੁਸੀਂ ਖਰਚਾ ਘਲਾਓ। ਉਹਨੂੰ ਇੱਥੋਂ ਫੜ ਦੜ ਕੇ ਖਰਚਾ ਘਲਾਇਆ। ਅਗਲਾ ਮਹੀਨਾ ਆਖੇ ਅਗਲੇ ਮਹੀਨੇ ਵੱਟ ਕੱਢ ਦੇਵਾਂਗਾ। ਉਹ ਅਗਲਾ ਮਹੀਨਾ ਆਇਆ, ਨਾ ਦੱਸਿਆ ਨਾ ਪੁੱਛਿਆ ਤੇ ਘਰੇ ਆ ਵੜਿਆ। ਆਖੇ ਜੀ ਸਰਪ੍ਰਾਈਜ਼। ਮੈਂ ਕਿਹਾ ਵੀ ਕਾਹਦਾ ਸਰਪ੍ਰਾਈਜ਼, ਤੂੰ ਉੱਥੇ ਬੁਰਜ ਖਲੀਫਾ ਖਰੀਦ ਕੇ ਆ ਗਿਆ। ਆਖੇ ਨਹੀਂ ਉੱਥੇ ਦੇ ਵੀ ਹਾਲਾਤ ਕੋਈ ਨਹੀਂ, ਉੱਥੇ ਕੋਈ ਕੰਮ ਕੁੰਮ ਹੀ ਹੈ ਨਹੀਂ ਗੇ।